ਬੇਰੁਜ਼ਗਾਰੀ ਦੇ ਉਪਾਅ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜੀ ਜਨਸੰਖਿਆ ਵਿਸਫੋਟ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਹੋਇਆ ਬੜੀ ਤੇਜ਼ੀ ਦੇ ਨਾਲ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਆਬਾਦੀ ਵਧੀ ਸੀ। ਹੁਣ ਜੇਕਰ ਬੇਰੁਜ਼ਗਾਰੀ ਨੂੰ ਨਕੇਲ ਪਾਉਣੀ ਹੈ ਭਾਰਤ ਦੇ ਨਾਲ ਨਾਲ ਪੂਰੇ ਵਿਸ਼ਵ ਨੇ, ਤਾਂ ਪੂਰੇ ਵਿਸ਼ਵ ਨੂੰ ਇਸ ਦੇ ਸੰਬੰਧੀ ਕੁਝ ਸਖਤ ਕਾਨੂੰਨ ਲਾਗੂ ਕਰਨੇ ਪੈਣਗੇ ਤਾਂ ਜੋ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕੇ। ਕਿਉਂਕਿ ਜੇਕਰ ਪੋਪੂਲੇਸ਼ਨ ਕੰਟਰੋਲ ਹੋਏਗੀ, ਆਬਾਦੀ ਘੱਟ ਹੋਏਗੀ, ਆਬਾਦੀ ਘੱਟ ਕਰ ਹੋਣ ਦੇ ਨਾਲ ਬੇਰੁਜ਼ਗਾਰੀ ਵੀ ਘਟੇਗੀ। ਸਤਿ ਸ਼੍ਰੀ ਅਕਾਲ, ਮੈਂ ਲੱਕੀ ਮਾਨ ਤੇ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ। ਅੱਜ ਆਪਾਂ ਗੱਲ ਕਰਾਂਗੇ ਉਸ ਮੁੱਦੇ ਤੇ ਜਿਸ ਮੁੱਦੇ ਨੇ ਪੂਰੀ ਦੁਨੀਆ ਨੂੰ ਉਲਝਾ ਕੇ ਰੱਖਿਆ ਹੋਇਆ ਹੈ। ਗੱਲ ਕਰ ਰਹੇ ਹਾਂ ਜੀ ਬੇਰੁਜ਼ਗਾਰੀ ਦੀ। ਬੇਰੁਜ਼ਗਾਰੀ ਸਾਡੇ ਇਕੱਲੇ ਭਾਰਤ ਦੀ ਨਹੀਂ, ਪੂਰੇ ਵਿਸ਼ਵ ਦੀ ਉਹ ਸਮੱਸਿਆ ਬਣ ਚੁੱਕੀ ਹੈ ਜਿਸ ਸਮੱਸਿਆ ਦਾ ਹੱਲ ਕਿਸੇ ਵੀ ਦੇਸ਼ ਵੱਲੋਂ ਨਹੀਂ ਕੱਢਿਆ ਜਾ ਰਿਹਾ। ਜੇਕਰ ਗੱਲ ਕਰੀਏ 2011 ਦੀ, ਤਾਂ 2011 ਦੇ ਵਿੱਚ ਭਾਰਤ ਦੇ ਵਿੱਚ ਬੇਰੁਜ਼ਗਾਰੀ ਦੀ ਦਰ 11% ਸੀ। ਸੋ ਅੱਜ ਆਪਾਂ ਗੱਲ ਕਰਾਂਗੇ ਬੇਰੁਜ਼ਗਾਰੀ ਬਾਰੇ, ਬੇਰੁਜ਼ਗਾਰੀ ਦੇ ਕਾਰਨ ਤੇ ਬੇਰੁਜ਼ਗਾਰੀ ਕਹਿੰਦੇ ਕਿਹਨੂੰ ਨੇ ਤੇ ਇਸ ਦੇ ਕੀ ਉਪਾਅ ਨੇ, ਭਾਵ ਬੇਰੁਜ਼ਗਾਰੀ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬੇਰੁਜ਼ਗਾਰੀ ਕਹਿੰਦੇ ਕਿਹਨੂੰ ਨੇ। ਜਦੋਂ ਕੋਈ ਇਨਸਾਨ ਜਾਂ ਜੋ ਵਿਅਕਤੀ ਨੌਕਰੀ ਕਰਨਾ ਚਾਹੁੰਦਾ ਹੈ ਆਪਣੀ ਅਰਨਿੰਗ ਦੇ ਲਈ, ਕੋਈ ਸਾਧਨ ਜਟਾਉਣਾ ਚਾਹੁੰਦਾ ਹੈਗਾ ਰੁਜ਼ਗਾਰ ਦਾ, ਲੇਕਿਨ ਉਸ ਨੂੰ ਰੁਜ਼ਗਾਰ ਨਹੀਂ ਮਿਲਦਾ, ਤਾਂ ਉਸ ਨੂੰ ਬੇਰੁਜ਼ਗਾਰੀ ਕਹਿੰਦੇ ਨੇ। ਇਸ ਦੇ ਵਿੱਚ ਉਹ ਇਨਸਾਨਾਂ ਦੀ ਗਿਣਤੀ ਨਹੀਂ ਆਉਂਦੀ ਜਿਹੜੇ ਜਾਣ ਬੁੱਝ ਕੇ ਨੌਕਰੀ ਨਹੀਂ ਕਰਨੀ ਚਾਹੁੰਦੇ, ਜਾਣ ਬੁੱਝ ਕੇ ਕੋਈ ਰੁਜ਼ਗਾਰ ਨਹੀਂ ਲੱਭਣਾ ਚਾਹੁੰਦੇ। ਇਹਨਾਂ ਦੇ ਵਿੱਚ ਬੱਚੇ, ਬਜ਼ੁਰਗ, ਅਪੰਗ ਵਗੈਰਾ ਉਹਨਾਂ ਦੀ ਗਿਣਤੀ ਨਹੀਂ ਹੁੰਦੀ। ਸਿਰਫ ਔਰ ਸਿਰਫ ਉਹਨਾਂ ਦੀ ਗਿਣਤੀ ਹੁੰਦੀ ਹੈ ਭਾਵ ਜੋ ਨੌਕਰੀ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਸਾਧਨ ਮੁਹੱਈਆ ਨਹੀਂ ਹੁੰਦੇ ਜਿੱਥੇ ਉਹ ਰੁਜ਼ਗਾਰ ਲੱਭ ਸਕਣ ਅਤੇ ਆਪਣੀ ਜੀਵਿਕਾ ਨੂੰ ਚਲਾ ਸਕਣ। ਹੁਣ ਆਪਾਂ ਗੱਲ ਕਰਾਂਗੇ ਜੀ ਬੇਰੁਜ਼ਗਾਰੀ ਦੇ ਕਾਰਨਾਂ ਦੀ। ਬੇਰੁਜ਼ਗਾਰੀ ਆਖਿਰ ਵੱਧ ਕਿਉਂ ਰਹੀ ਹੈ, ਬੇਰੁਜ਼ਗਾਰੀ ਦੇ ਕਾਰਨ ਕੀ ਨੇ। ਸਭ ਤੋਂ ਵੱਡੀ ਜੋ ਬੇਰੁਜ਼ਗਾਰੀ ਦਾ ਕਾਰਨ ਹੈ ਉਹ ਹੈ ਜੀ ਸਿੱਖਿਆ ਦੀ ਘਾਟ। ਹਰ ਇੱਕ ਦੇਸ਼ ਦੀ ਇਹ ਪ੍ਰੋਬਲਮ ਹੈ, ਖਾਸ ਤੌਰ ਤੇ ਸਾਡੇ ਦੇਸ਼ ਦੇ ਵਿੱਚ ਅਨਪੜ੍ਹਤਾ ਬਹੁਤ ਜ਼ਿਆਦਾ ਹੈ। ਲੋਕਾਂ ਨੂੰ ਅਜੇ ਤੱਕ, ਹਾਲਾਂਕਿ ਲੰਮਾ ਟਾਈਮ ਹੋ ਚੁੱਕਿਆ ਦੇਸ਼ ਨੂੰ ਆਜ਼ਾਦ ਹੋਇਆ, ਲੇਕਿਨ ਅੱਜ ਵੀ ਸਰਕਾਰ ਇਸ ਵਿੱਚ ਨਾਕਾਮ ਰਹੀ ਹੈ ਕਿ ਉਹ ਲੋਕਾਂ ਨੂੰ ਸਿੱਖਿਅਤ ਕਰ ਸਕੇ। ਸਿੱਖਿਆ ਦੀ ਅਭਾਵ ਦੇ ਵਿੱਚ ਲੋਕ ਰੁਜ਼ਗਾਰ ਤੋਂ ਵਾਂਝੇ ਰਹਿੰਦੇ ਨੇ ਤੇ ਬੇਰੁਜ਼ਗਾਰੀ ਟਾਈਮ ਦਾ ਟਾਈਮ ਵੱਧਦੀ ਰਹਿੰਦੀ ਹੈ। ਦੂਸਰਾ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਜੋ ਕਾਰਨ ਹੈ ਉਹ ਹੈ ਵੱਧ ਰਹੀ ਆਬਾਦੀ, ਜਿਸ ਤੋਂ ਕਿ ਸਾਡਾ ਦੇਸ਼ ਹੀ ਨਹੀਂ ਪੂਰੀ ਦੁਨੀਆ ਪੀੜਤ ਹੈ, ਭਾਵ ਦਿਨ ਪਰ ਦਿਨ ਪੂਰੇ ਵਿਸ਼ਵ ਦੀ ਆਬਾਦੀ ਵੱਧ ਰਹੀ ਹੈ। ਆਬਾਦੀ ਵਧਣ ਦੇ ਕਾਰਨ ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਹੋ ਸਕਦੇ ਤੇ ਆਬਾਦੀ ਵਧੀ ਜਾ ਰਹੀ ਹੈ। ਇਸ ਲਈ ਰੁਜ਼ਗਾਰ ਪਾਉਣ ਵਾਲਿਆਂ ਦੀ ਤਾਦਾਦ ਵੱਧਦੀ ਰਹਿੰਦੀ ਹੈ, ਭਾਵ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਰਹਿੰਦੀ ਹੈ ਤੇ ਇਹ ਬੇਰੁਜ਼ਗਾਰ ਵਿਅਕਤੀ ਸਾਡੇ ਦੇਸ਼ ਦੇ ਉੱਪਰ ਬੋਝ ਬਣਦੇ ਚਲੇ ਜਾਂਦੇ ਨੇ, ਜਿਸ ਦੇ ਕਾਰਨ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਹੋਣ ਲੱਗ ਜਾਂਦਾ ਹੈ। ਤੀਸਰਾ ਜੋ ਮੇਨ ਕਾਰਨ ਹੈ ਬੇਰੁਜ਼ਗਾਰੀ ਦਾ ਉਹ ਹੈ ਜੀ ਸਰਕਾਰ ਵੱਲੋਂ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਨਾ ਕਰ ਸਕਣਾ। ਸਾਡੀਆਂ ਸਰਕਾਰਾਂ ਦੇ ਵੱਲੋਂ ਜਾਂ ਤਾਂ ਜਾਣ ਬੁੱਝ ਕੇ ਜਾਂ ਕੋਸ਼ਿਸ਼ ਹੀ ਨਹੀਂ ਕੀਤੀ ਜਾਂਦੀ ਕਿ ਆਪਣੇ ਲੋਕਾਂ ਦੇ ਲਈ ਵੱਡੇ ਤੋਂ ਵੱਡੇ ਰੁਜ਼ਗਾਰ, ਵੱਡੀਆਂ ਇੰਡਸਟਰੀਆਂ ਲਗਾ ਕੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਜਾਂ ਨੌਕਰੀਆਂ ਦੇ ਕੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ। ਜਦੋਂ ਕਿ ਸਰਕਾਰਾਂ ਦੇ ਨੁਮਾਇੰਦੇ ਆਪਣੇ ਉੱਪਰ, ਆਪਣੀਆਂ ਸੁੱਖ ਸੁਵਿਧਾਵਾਂ ਉੱਪਰ, ਆਪਣੀਆਂ ਸਹੂਲਤਾਂ ਦੇ ਉੱਪਰ, ਇਹ ਰਾਜਨੀਤਿਕ ਲੋਕ ਜੋ ਸਰਕਾਰਾਂ ਨੂੰ ਚਲਾਉਂਦੇ ਨੇ ਅਰਬਾਂ ਖਰਬਾਂ ਰੁਪਏ ਖਰਚ ਕਰ ਲੈਂਦੇ ਨੇ, ਲੇਕਿਨ ਆਮ ਜਨਤਾ ਨੂੰ ਰੁਜ਼ਗਾਰ ਦੇਣ ਦੇ ਵਿੱਚ ਇਹ ਅਸਮਰਥ ਰਹਿੰਦੇ ਨੇ ਜਾਂ ਜਾਣ ਬੁੱਝ ਕੇ ਇਹ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਾਉਂਦੇ, ਰੁਜ਼ਗਾਰ ਦੇ ਸਾਧਨ ਪੈਦਾ ਕਰਕੇ ਨਹੀਂ ਦਿੰਦੇ। ਹੁਣ ਜਿਵੇਂ ਪੂਰੇ ਵਿਸ਼ਵ ਦੇ ਵਿੱਚ ਇੱਕ ਹੋੜ ਹੈ ਜੀ ਕੰਪਿਊਟਰੀਕਰਨ ਦੀ, ਭਾਵ ਹਰ ਇੱਕ ਚੀਜ਼ ਕੰਪਿਊਟਰਾਈਜ਼ਡ ਹੋਣੀ ਚਾਹੀਦੀ ਹੈ। ਇਸ ਕੰਪਿਊਟਰਾਈਜ਼ਡ ਨੇ ਜਿੱਥੇ ਪੂਰੇ ਵਿਸ਼ਵ ਨੂੰ ਤਰੱਕੀ ਦੀ ਰਾਹ ਤੇ ਪਾਇਆ, ਭਾਵ ਪੂਰਾ ਵਿਸ਼ਵ ਤਰੱਕੀ ਦੀ ਲੀਹਾਂ ਉੱਪਰ ਬੜੀ ਜਲਦੀ ਵਧ ਰਿਹਾ, ਉੱਥੇ ਇਸਨੇ ਬੇਰੁਜ਼ਗਾਰੀ ਵੀ ਵਧਾ ਦਿੱਤੀ ਹੈ। ਉਹਦਾ ਕਾਰਨ ਹੈ ਕਿਉਂਕਿ ਕੰਪਿਊਟਰਾਈਜ਼ਡ ਯੁੱਗ ਹੋਣ ਦੇ ਕਾਰਨ, ਮਸ਼ੀਨੀ ਯੁੱਗ ਹੋਣ ਦੇ ਕਾਰਨ ਬਹੁਤੇ ਲੋਕ ਰੁਜ਼ਗਾਰਾਂ ਤੋਂ ਬੇਰੁਜ਼ਗਾਰ ਹੋ ਜਾਂਦੇ ਨੇ। ਕਾਰਨ ਜਿੱਥੇ ਪਹਿਲਾਂ 15 ਜਾਂ 20 ਬੰਦੇ ਕੰਮ ਕਰਦੇ ਸੀ ਉੱਥੇ ਅੱਜ ਇੱਕ ਮਸ਼ੀਨ ਕੰਮ ਕਰਦੀ ਹੈ। ਇੱਕ ਮਸ਼ੀਨ ਦੇ ਆਉਣ ਨਾਲ, ਇੱਕ ਕੰਪਿਊਟਰ ਦੇ ਆਉਣ ਨਾਲ ਹਜ਼ਾਰਾਂ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਨੇ। ਜਿੱਥੇ ਕੰਪਿਊਟਰਾਈਜ਼ਡ ਦੁਨੀਆ ਨੇ ਤਰੱਕੀ ਕੀਤੀ ਹੈ ਉੱਥੇ ਬੇਰੁਜ਼ਗਾਰੀ ਵੱਲ ਵੀ ਪੂਰੇ ਵਿਸ਼ਵ ਨੂੰ ਧੱਕਿਆ ਗਿਆ ਇਹਨਾਂ ਕੰਪਿਊਟਰਾਂ ਨੇ। ਹੁਣ ਆਪਾਂ ਗੱਲ ਕਰਾਂਗੇ ਜੀ ਬੇਰੁਜ਼ਗਾਰੀ ਦੀ ਰੋਕਥਾਮ ਬਾਰੇ। ਕਿਹੜੇ ਉਪਾਵਾਂ ਦੇ ਨਾਲ ਇਸ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਸੋ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੀ ਸਿੱਖਿਆ ਦੀ ਗੱਲ, ਭਾਵ ਜੇਕਰ ਲੋਕ ਸਿੱਖਿਅਤ ਹੋਣਗੇ ਉਹ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਦੇ ਸਾਧਨਾਂ ਨੂੰ ਸਮਝ ਸਕਣਗੇ ਅਤੇ ਆਪਣੀ ਜੀਵਿਕਾ ਨੂੰ ਚਲਾ ਸਕਣਗੇ। ਇਸ ਲਈ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਆਵਾਮ ਦੇ ਲਈ, ਸਾਡੀ ਜਨਤਾ ਦੇ ਲਈ ਉਹ ਵੱਧ ਤੋਂ ਵੱਧ ਸਿੱਖਿਆ ਦਾ ਪ੍ਰਬੰਧ ਕਰਨ, ਵੱਧ ਤੋਂ ਵੱਧ ਬਜਟ ਰੱਖ ਕੇ
ਸਾਡੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਨ ਤਾਂ ਜੋ ਉਹ ਆਪਣੇ ਪੈਰਾਂ ਤੇ ਉੱਪਰ ਖੜੇ ਹੋ ਸਕਣ, ਕਿਉਂਕਿ ਇੱਕ ਸਿੱਖਿਅਤ ਵਿਅਕਤੀ ਹੀ ਰੁਜ਼ਗਾਰ ਦੇ ਸਾਧਨਾਂ ਨੂੰ ਕ੍ਰੀਏਟ ਕਰਨ ਵਿੱਚ ਅਤੇ ਰੁਜ਼ਗਾਰ ਪਾਉਣ ਦੇ ਵਿੱਚ ਸਮਰੱਥ ਹੋ ਸਕਦਾ ਹੈ। ਦੂਸਰਾ ਕਦਮ ਹੈ ਜੀ ਲਘੂ ਉਦਯੋਗਾਂ ਨੂੰ ਬੜਾਵਾ ਦੇਣਾ, ਭਾਵ ਲਘੂ ਉਦਯੋਗਾਂ ਨੂੰ ਭਾਵੇਂ ਕਿ ਸਰਕਾਰ ਵੱਲੋਂ ਕੁਝ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਲਘੂ ਉਦਯੋਗਾਂ ਨੂੰ ਸਬਸਿਡੀਆਂ ਦੇ ਕੇ ਫਿਰ ਤੋਂ ਪੈਰਾਂ ਸਿਰ ਕੀਤਾ ਜਾ ਰਿਹਾ ਹੈ, ਕਿਉਂਕਿ ਲਘੂ ਉਦਯੋਗਾਂ ਦੇ ਵਿੱਚ ਮਸ਼ੀਨੀਕਰਨ ਘੱਟ ਹੁੰਦਾ ਤੇ ਜ਼ਿਆਦਾਤਰ ਉੱਥੇ ਆਮ ਪਬਲਿਕ ਨੂੰ ਹੀ ਰੁਜ਼ਗਾਰ ਮੁਹੱਈਆ ਕਰਾਇਆ ਜਾਂਦਾ। ਇਸ ਲਈ ਇਹ ਲਘੂ ਉਦਯੋਗ ਰੁਜ਼ਗਾਰ ਦੇ ਸਾਧਨਾਂ ਦੇ ਵਿੱਚ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਨੇ, ਕਿਉਂਕਿ ਜਿੱਥੇ ਵੱਡੀਆਂ ਵੱਡੀਆਂ ਇੰਡਸਟਰੀਆਂ ਦੇ ਵਿੱਚ ਭਾਵੇਂ ਰੁਜ਼ਗਾਰ ਦੇ ਸਾਧਨ ਵੱਧ ਹੁੰਦੇ ਨੇ, ਲੇਕਿਨ ਕੰਪਿਊਟਰ ਦਾ ਯੁੱਗ ਹੋਣ ਕਾਰਨ, ਮਸ਼ੀਨੀਕਰਨ ਹੋਣ ਕਾਰਨ ਉੱਥੇ ਘੱਟ ਲੋਕ ਲਗਾਏ ਜਾਂਦੇ ਨੇ ਤੇ ਮਸ਼ੀਨਾਂ ਵੱਧ ਕੰਮ ਕਰਦੀਆਂ ਨੇ। ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਵੱਧ ਤੋਂ ਵੱਧ ਲਘੂ ਉਦਯੋਗਾਂ ਨੂੰ ਬੜਾਵਾ ਦੇਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਮਿਲ ਸਕਣ ਤੇ ਬੇਰੁਜ਼ਗਾਰੀ ਦੀ ਇਸ ਸਮੱਸਿਆ ਦੇ ਉੱਪਰ ਨਕੇਲ ਪਾਈ ਜਾ ਸਕੇ। ਸਭ ਤੋਂ ਜ਼ਿਆਦਾ ਜੋ ਅਹਿਮ ਰੋਲ ਹੈ ਜੀ ਬੇਰੁਜ਼ਗਾਰੀ ਦੇ ਵਿੱਚ ਉਹ ਹੈ ਜਨਸੰਖਿਆ ਦਾ। ਸੋ ਇਸ ਦਾ ਕਾਰਨ ਵੀ ਆਪਾਂ ਦੱਸ ਚੁੱਕੇ ਹਾਂ ਤੇ ਇਸ ਦੇ ਉਪਾਅ ਦੇ ਵਿੱਚ ਵੀ ਬੇਰੁਜ਼ਗਾਰੀ ਦੇ ਉਪਾਅ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜੀ ਜਨਸੰਖਿਆ ਵਿਸਫੋਟ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਹੋਇਆ। ਬੜੀ ਤੇਜ਼ੀ ਦੇ ਨਾਲ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਆਬਾਦੀ ਵਧੀ ਸੀ। ਹੁਣ ਜੇਕਰ ਬੇਰੁਜ਼ਗਾਰੀ ਨੂੰ ਨਕੇਲ ਪਾਉਣੀ ਹੈ ਭਾਰਤ ਦੇ ਨਾਲ ਪੂਰੇ ਵਿਸ਼ਵ ਨੇ, ਤਾਂ ਪੂਰੇ ਵਿਸ਼ਵ ਨੂੰ ਇਸ ਦੇ ਸੰਬੰਧੀ ਕੁਝ ਸਖਤ ਕਾਨੂੰਨ ਲਾਗੂ ਕਰਨ ਪੈਣਗੇ ਤਾਂ ਜੋ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕੇ। ਜਿਵੇਂ ਕਿ ਕੁਝ ਦਿਨ ਪਹਿਲਾਂ ਵਿਸ਼ਵ ਦੀ ਇੱਕ ਬਹੁਤ ਵੱਡੀ ਸ਼ਕਤੀ ਚਾਈਨਾ ਨੇ ਵੀ ਉੱਥੇ ਇੱਕ ਬੱਚੇ ਦੀ ਪਾਲਿਸੀ ਲਾਗੂ ਕੀਤੀ ਸੀ, ਜਿਸ ਦੇ ਨਾਲ ਉਹਨਾਂ ਨੇ ਆਪਣੀ ਆਬਾਦੀ ਨੂੰ ਕੰਟਰੋਲ ਵੀ ਕੀਤਾ ਸੀ। ਕਿਉਂਕਿ ਜੇਕਰ ਪਾਪੂਲੇਸ਼ਨ ਕੰਟਰੋਲ ਹੋਏਗੀ, ਆਬਾਦੀ ਘੱਟ ਹੋਏਗੀ, ਆਬਾਦੀ ਘੱਟ ਕਰ ਹੋਣ ਦੇ ਨਾਲ ਬੇਰੁਜ਼ਗਾਰੀ ਵੀ ਘਟੇਗੀ, ਕਿਉਂਕਿ ਜਿੰਨੇ ਸਾਧਨ ਨੇ ਜਾਂ ਜੋ ਸਾਧਨ ਸਰਕਾਰ ਵੱਲੋਂ ਵੱਧ ਪ੍ਰੋਵਾਈਡ ਕਰਾਏ ਜਾਣਗੇ ਉਹਨਾਂ ਦੇ ਉੱਪਰ ਵੱਧ ਤੋਂ ਵੱਧ ਲੋਕ ਅਪਾਇੰਟ ਹੋਣਗੇ, ਭਾਵ ਉਹਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਲਈ ਆਬਾਦੀ ਨੂੰ ਕੰਟਰੋਲ ਕਰਨਾ ਬੇਰੁਜ਼ਗਾਰੀ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹਦੇ ਵਿੱਚ ਸਰਕਾਰ ਜਿੱਥੇ ਅਹਿਮ ਰੋਲ ਅਦਾ ਕਰ ਸਕਦੀ ਹੈ, ਉੱਥੇ ਸਾਡੀ ਆਮ ਪਬਲਿਕ ਨੂੰ ਵੀ ਚਾਹੀਦਾ ਕਿ ਉਹ ਵੀ ਜਨਸੰਖਿਆ ਕੰਟਰੋਲ ਕਰਨ ਦੇ ਵਿੱਚ ਸਰਕਾਰ ਦਾ ਸਹਿਯੋਗ ਦੇਵੇ। ਇੱਕ ਸਰਕਾਰ ਵੱਲੋਂ ਹੋਰ ਅਹਿਮ ਕਦਮ ਜੋ ਚੁੱਕਿਆ ਜਾ ਸਕਦਾ ਹੈ ਉਹ ਜੀ ਸਿੱਖਿਆ ਦੇ ਨਾਲ ਭਾਵ ਮੁੱਢਲੀ ਸਿੱਖਿਆ ਦੇ ਨਾਲ ਤਕਨੀਕੀ ਸਿੱਖਿਆ ਦਾ ਪ੍ਰਬੰਧ ਕਰਨਾ ਆਮ ਪਬਲਿਕ ਦੇ ਲਈ। ਭਾਵ ਜੇਕਰ ਜ਼ਿਆਦਾ ਤੋਂ ਜ਼ਿਆਦਾ ਲੋਕ ਤਕਨੀਕੀ ਮਾਹਰ ਹੋਣਗੇ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਦੇ ਸਾਧਨ ਲੱਭ ਸਕਣਗੇ, ਕਿਉਂਕਿ ਆਮ ਪੜ੍ਹਾਈ ਸਿਰਫ ਔਰ ਸਿਰਫ ਇੱਕ ਛੋਟੀ ਨੌਕਰੀ ਦੇ ਲਈ ਹੀ ਜ਼ਰੂਰੀ ਹੈ, ਲੇਕਿਨ ਜੇਕਰ ਕਿਸੇ ਉਦਯੋਗ ਦੇ ਵਿੱਚ ਕੰਮ ਕਰਨਾ ਤਾਂ ਉਸ ਦੇ ਲਈ ਤਕਨੀਕੀ ਮਾਹਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸਾਡੇ ਦੇਸ਼ ਦੇ ਲੋਕ ਤਕਨੀਕੀ ਮਾਹਰ ਹੋਣਗੇ, ਕੰਪਿਊਟਰ ਦੇ ਮਾਹਰ ਹੋਣਗੇ, ਤਕਨੀਕੀ ਸਿੱਖਿਆ ਦੇ ਮਾਹਰ ਹੋਣਗੇ, ਤਾਂ ਦੂਸਰੇ ਦੇਸ਼ ਦੇ ਲੋਕ, ਦੂਸਰੇ ਦੇਸ਼ ਦੀਆਂ ਇੰਡਸਟਰੀਆਂ ਵੀ ਦੇਖਣਗੀਆਂ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਤਕਨੀਕੀ ਮਾਹਰ ਨੇ, ਇਸ ਲਈ ਉੱਥੇ ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀ ਨੂੰ ਸਟੈਬਲਿਸ਼ ਕੀਤਾ ਜਾਵੇ। ਇਸ ਲਈ ਬਾਹਰ ਦੀਆਂ ਕੰਟਰੀਆਂ ਦੇ ਜੋ ਉਦਯੋਗ ਨੇਗੇ ਉਹ ਸਾਡੇ ਦੇਸ਼ ਦੇ ਵਿੱਚ ਆਉਣਗੇ, ਜਿਸ ਦੇ ਕਾਰਨ ਉਦਯੋਗੀਕਰਨ ਵਧੇਗਾ ਤੇ ਨਾਲ ਦੀ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੱਲ ਹੋਣੀ ਸ਼ੁਰੂ ਹੋ ਜਾਵੇਗੀ, ਭਾਵ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਣਾ ਸ਼ੁਰੂ ਹੋ ਜਾਏਗਾ। ਇਸ ਲਈ ਤਕਨੀਕੀ ਮਾਹਰ ਹੋਣਾ ਬਹੁਤ ਜ਼ਰੂਰੀ ਹੈ ਤੇ ਸਰਕਾਰ ਨੂੰ ਵੱਧ ਤੋਂ ਵੱਧ ਇਹੋ ਜਿਹੀਆਂ ਸੰਸਥਾਵਾਂ ਦਾ ਗਠਨ ਕਰਨਾ ਚਾਹੀਦਾ। ਇਹੋ ਜਿਹੀਆਂ ਸੰਸਥਾਵਾਂ ਸਾਡੀ ਜਨਤਾ ਨੂੰ ਉਪਲਬਧ ਕਰਾਉਣੀਆਂ ਚਾਹੀਦੀਆਂ ਨੇ ਜਿੱਥੇ ਉਹ ਤਕਨੀਕੀ ਮਾਹਰ ਹੋ ਸਕਣ। ਸੋ ਇਹ ਸੀ ਉਹ ਕੁਝ ਬੇਰੁਜ਼ਗਾਰੀ ਦੇ ਕਾਰਨ ਤੇ ਕੁਝ ਉਪਾਅ ਜਿਨ੍ਹਾਂ ਦੇ ਉੱਪਰ ਅਸੀਂ ਅਮਲ ਕਰਕੇ ਸਰਕਾਰ ਦਾ ਸਹਿਯੋਗ ਕਰਕੇ ਤੇ ਸਰਕਾਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਜੇਕਰ ਕੁਝ ਕਦਮ ਉਠਾਵੇ ਤਾਂ ਇਸ ਸਮੱਸਿਆ ਨੂੰ ਕੁਝ ਹੱਦ ਤੱਕ ਕਾਬੂ ਵੀ ਕੀਤਾ ਜਾ ਸਕਦਾ ਹੈ। ਸੋ ਇਹਨਾਂ ਵਿਚਾਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।